PLT ਐਡੂਕੇਟ ਦੇ ਅੱਜ ਦੇ ਇਸ ਵੀਡੀਓ ਸੈਸ਼ਨ ਦੇ ਵਿੱਚ ਇੱਕ ਵਾਰ ਫਿਰ ਤੋਂ ਮੈਂ ਰਾਜੀਵ ਸ਼ਰਮਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਇਸ ਵੀਡੀਓ ਸੈਸ਼ਨ ਦੇ ਵਿੱਚ ਅਸੀਂ ਦੋ ਅਧਿਆਇ 6 ਜਾਲਣ ਅਤੇ ਲਾਟ ਤੇ ਅਧਿਆਇ 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ ਨਾਲ ਸੰਬੰਧਿਤ MCQs ਕਰਨੇ ਹਨ। ਤਾਂ ਸ਼ੁਰੂ ਕਰਦੇ ਹਾਂ ਅਧਿਆਇ 6 ਤੋਂ ਜਾਲਣ ਅਤੇ ਲਾਟ ਦਾ MCQ ਨੰਬਰ 1 ਤੋਂ। ਪਹਿਲਾ MCQ ਹੈ, ਜੇਕਰ ਤੁਸੀਂ ਇੱਕ ਲੋਹੇ ਦੇ ਟੁਕੜੇ ਨੂੰ ਇੱਕ ਚਿਮਟੀ ਦੀ ਮਦਦ ਨਾਲ ਸ਼ੁੱਧ ਆਕਸੀਜਨ ਵਿੱਚ ਮੋਮਬੱਤੀ ਦੀ ਲਾਟ ਜਾਂ ਬਰਨਰ ਵਿੱਚ ਲੈ ਕੇ ਜਾਓ ਤਾਂ ਉਹ ਕਿਸ ਰੰਗ ਦੀ ਲਾਟ ਨਾਲ ਜਲੇਗੀ। ਸੋ ਮੇਰੇ ਬੱਚਿਓ, ਲੋਹੇ ਦਾ ਜਿਹੜਾ ਟੁਕੜਾ ਹੈ ਉਹ ਜਲੇਗਾ ਨੀਲੇ ਰੰਗ ਦੀ ਲਾਟ ਨਾਲ। ਸੋ ਸਹੀ ਉੱਤਰ ਇਸਦਾ ਹੈ ਨੀਲਾ ਰੰਗ। ਅਗਲਾ ਪ੍ਰਸ਼ਨ ਹੈ, ਚਾਰ ਪਦਾਰਥ PQRS ਦੇ ਪ੍ਰਜਨਨ ਤਾਪਮਾਨ ਕ੍ਰਮਵਾਰ 125 ਡਿਗਰੀ ਸੈਲਸੀਅਸ, 270 ਡਿਗਰੀ ਸੈਲਸੀਅਸ, 155 ਡਿਗਰੀ ਸੈਲਸੀਅਸ ਅਤੇ 310 ਡਿਗਰੀ ਸੈਲਸੀਅਸ ਹਨ। ਇਹਨਾਂ ਵਿੱਚੋਂ ਕਿਹੜਾ ਪਦਾਰਥ ਦਾ ਜੋੜਾ 250 ਡਿਗਰੀ ਤੇ ਅੱਗ ਫੜ ਲਵੇਗਾ। ਸੋ ਪਿਆਰੇ ਬੱਚਿਓ, ਦੇਖੋ ਜੋ ਵੀ 250 ਤੋਂ ਥੱਲੇ ਹਨ ਉਹਨਾਂ ਨੇ ਤਾਂ ਸਾਰਿਆਂ ਨੇ ਅੱਗ ਫੜ ਲੈਣੀ ਹੈ। 125 ਡਿਗਰੀ ਚਾਹੀਦਾ ਸੀਗਾ, ਠੀਕ ਹੈ ਤਾਪਮਾਨ, ਹੁਣ ਤਾਂ 250 ਮਿਲ ਰਿਹਾ ਆ, ਤਾਂ P ਨੇ ਵੀ ਅੱਗ ਫੜ ਲੈਣੀ ਹੈ। ਉਸ ਤੋਂ ਬਾਅਦ R ਨੇ ਵੀ, ਜਿਸ ਦਾ 155 ਡਿਗਰੀ ਸੈਲਸੀਅਸ ਹੈ ਪ੍ਰਜਨਨ ਤਾਪਮਾਨ, ਉਹਨੇ ਵੀ ਅੱਗ ਫੜ ਲੈਣੀ ਹੈ। ਠੀਕ ਹੈ ਜੀ, ਤਾਂ ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ P ਅਤੇ R। ਸੋ ਇਹੜਾ ਸਾਡੇ ਕੋਲ ਸਹੀ ਆਪਸ਼ਨ ਹੈ। ਅਗਲਾ ਪ੍ਰਸ਼ਨ ਹੈ, ਅੰਕਿਤ ਆਪਣੀ ਸਾਇੰਸ ਲੈਬ ਵਿੱਚ ਦੇਖ ਹੈਰਾਨ ਹੋਇਆ ਕਿ ਉਸ ਦੇ ਅਧਿਆਪਕ ਨੇ ਅਜਿਹਾ ਪਦਾਰਥ ਰੱਖਿਆ ਜੋ ਕਮਰੇ ਦੇ ਤਾਪਮਾਨ ਤੇ ਹਵਾ ਦੀ ਹੋਂਦ ਵਿੱਚ ਅੱਗ ਫੜ ਲੈਂਦਾ ਸੀ। ਉਸ ਦਾ ਕੀ ਨਾਂ ਹੈ। ਸੋ ਪਿਆਰੇ ਬੱਚਿਓ, ਉਸ ਦਾ ਨਾਮ ਹੈ ਚਿੱਟਾ ਫਾਸਫੋਰਸ। ਸੋ ਉੱਤਰ ਹੋਏਗਾ ਊੜਾ। ਅਗਲਾ ਪ੍ਰਸ਼ਨ ਹੈ, LPG ਵਿੱਚ ਇੱਕ ਤੇਜ਼ ਗੰਧ ਵਾਲਾ ਮਰਕੈਪਟਨ ਨਾਂ ਦਾ ਪਦਾਰਥ ਮਿਲਾਇਆ ਜਾਂਦਾ ਹੈ, ਕਿਉਂ। ਸੋ ਪਿਆਰੇ ਬੱਚਿਓ, ਉਸ ਦਾ ਸਹੀ ਉੱਤਰ ਇਹ ਹੋਏਗਾ ਕਿ ਗੈਸ ਦੀ ਲੀਕੇਜ ਦਾ ਪਤਾ ਕਰਨ ਲਈ। ਠੀਕ ਹੈ ਜੀ, ਇਹਦਾ ਅਦਰਵਾਈਜ਼ ਇਹ ਗੈਸ ਗੰਧਹੀਣ ਹੁੰਦੀ ਆ। ਲੀਕੇਜ ਹੋ ਗਈ, ਉਹਦੀ ਸਮੈਲ ਵੀ ਨਹੀਂ ਆਉਂਦੀ, ਤਾਂ ਲੀਕੇਜ ਦਾ ਪਤਾ ਕਰਨ ਵਾਸਤੇ ਉਹ 'ਚ ਮਰਕੈਪਟਨ ਦਾ ਜਿਹੜਾ ਹੈ ਇਹ ਪਦਾਰਥ ਪਾਇਆ ਗਿਆ ਹੈ। ਸੋ ਉੱਤਰ ਹੋਏਗਾ ED। ਨੈਕਸਟ ਹੈ, ਹੇਠਾਂ ਲਿਖਿਆਂ ਵਿੱਚੋਂ ਸਹੀ ਕਥਨ ਨੂੰ ਚੁਣੋ। ਹਵਾ ਜਲਣ ਲਈ ਜ਼ਰੂਰੀ ਨਹੀਂ ਹੈ। ਮੈਗਨੀਸ਼ੀਅਮ ਜਲਣਸ਼ੀਲ ਪਦਾਰਥ ਨਹੀਂ ਹੈ। ਕਾਰਬਨ ਡਾਈਆਕਸਾਈਡ ਇੱਕ ਵਧੀਆ ਅੱਗ ਬੁਝਾਊ ਗੈਸ ਹੈ। ਲੱਕੜ ਦਾ ਕੈਲੋਰੀ ਮਾਨ ਕੋਲੇ ਨਾਲੋਂ ਉੱਚਾ ਹੁੰਦਾ ਹੈ। ਸੋ ਪਿਆਰੇ ਵਿੱਚੋਂ ਇੱਕ ਸਹੀ ਕਥਨ ਆਪਾਂ ਨੇ ਫਾਈਂਡ ਆਊਟ ਕਰਨਾ ਆ, ਤੇ ਉਹ ਹੈ ਕਾਰਬਨ ਡਾਈਆਕਸਾਈਡ ਇੱਕ ਵਧੀਆ ਅੱਗ ਬੁਝਾਊ ਗੈਸ ਹੈ। ਜਿਵੇਂ ਆਕਸੀਜਨ ਅੱਗ ਲਈ ਮਦਦ ਕਰਦੀ ਹੈ ਨਾ, ਠੀਕ ਹੈ ਜੀ, ਤੇ ਉਸੇ ਤਰੀਕੇ ਨਾਲ ਅੱਗ ਬੁਝਾਉਣ ਵਾਸਤੇ ਮਦਦ ਕਰਦਾ ਹੈ ਕਾਰਬਨ ਡਾਈਆਕਸਾਈਡ। ਠੀਕ ਹੈ ਜੀ। ਅੱਗੇ ਹੈ, ਮੋਮਬੱਤੀ ਦੀ ਲਾਟ ਅਨੁਸਾਰ ਕਾਲਮ ਐੜਾ ਤੇ ਕਾਲਮ ਭੱਬਾ ਨਾਲ ਮਿਲਾਨ ਕਰੋ। ਸਭ ਤੋਂ ਗਰਮ ਭਾਗ ਕਿਹੜਾ ਹੈ, ਤੇ ਮੱਧ ਗਰਮ ਭਾਗ ਕਿਹੜਾ ਹੈ, ਤੇ ਘੱਟ ਗਰਮ ਭਾਗ ਕਿਹੜਾ ਹੈ। ਸੋ ਮਿਲਾਨ ਕਰਦੇ ਹਾਂ ਜੀ। ਸਭ ਤੋਂ ਵੱਧ ਗਰਮ ਭਾਗ ਜਿਹੜਾ ਆ ਉਹ ਨੀਲਾ ਭਾਗ ਹੁੰਦਾ ਜੀ ਲਾਟ ਦਾ। ਉਸ ਤੋਂ ਬਾਅਦ ਮੱਧ ਗਰਮ ਭਾਗ ਪੀਲਾ, ਤੇ ਘੱਟ ਗਰਮ ਭਾਗ ਜਿਹੜਾ ਆ ਉਹ ਕਾਲਾ ਭਾਗ। ਓਕੇ। ਅੱਗੇ ਪ੍ਰਸ਼ਨ ਹੈ, ਹਾਈਡਰੋਜਨ ਗੈਸ ਦਾ ਕੈਲੋਰੀ ਮੁੱਲ ਬਹੁਤ ਜ਼ਿਆਦਾ ਹੁੰਦਾ ਹੈ, ਲਗਭਗ 150 ਕਿਲੋ ਜੂਲ ਪ੍ਰਤੀ ਕਿਲੋਗ੍ਰਾਮ। ਫਿਰ ਵੀ ਇਸ ਨੂੰ ਘਰੇਲੂ ਬਾਲਣ ਵਜੋਂ ਨਹੀਂ ਵਰਤਿਆ ਜਾਂਦਾ, ਕਿਉਂ। ਸੋ ਮੇਰੇ ਵਿੱਚੋਂ ਇਸ ਦਾ ਉੱਤਰ ਹੈ ਕਿਉਂਕਿ ਇਹ ਕੁਦਰਤੀ ਤੌਰ ਤੇ ਧਮਾਕੇ ਨਾਲ ਬਲਦਾ ਹੈ। ਇਹ ਕੁਦਰਤੀ ਤੌਰ ਤੇ ਧਮਾਕੇ ਨਾਲ ਬਲਦਾ ਹੈ, ਇਸ ਨੂੰ ਯਾਦ ਰੱਖਣਾ। ਅਗਲਾ ਹੈ, ਜੂਹੇ ਨੇ ਦੇਖਿਆ ਕਿ ਮਿੱਟੀ ਦਾ ਤੇਲ ਅਤੇ ਪਿਘਲਿਆ ਮੋਮ ਦੋਵੇਂ ਲਾਟ ਨਾਲ ਬਲਦੇ ਹਨ, ਪਰ ਚਾਰਕੋਲ ਲਾਟ ਨਾਲ ਨਹੀਂ ਬਲਦਾ। ਉਸਨੇ ਨਤੀਜਾ ਕੱਢਿਆ ਕਿ ਚਾਰਕੋਲ ਸਖਤ, ਮਿੱਟੀ ਦੇ ਤੇਲ ਦੇ ਮੋਮ ਨਰਮ ਹੁੰਦੇ ਹਨ। ਜਿਹੜਾ ਪਦਾਰਥ ਬਾਲਣ ਸਮੇਂ ਵਾਸ਼ਪ ਪੈਦਾ ਕਰੇ ਉਹ ਲਾਟ ਨਾਲ ਬਲਦਾ ਹੈ। ਊੜਾ ਅਤੇ ਐੜਾ ਦੋਵੇਂ ਠੀਕ ਹਨ। ਬਿਲਕੁਲ ਸਹੀ ਹੈ, ਊੜਾ ਤੇ ਐੜਾ ਦੋਨੋਂ ਹੀ ਠੀਕ ਹਨ। ਸੋ ਜਿਹੜਾ ਪਦਾਰਥ ਬਾਲਣ ਸਮੇਂ ਵਾਸ਼ਪ ਪੈਦਾ ਕਰੇ ਉਹ ਲਾਟ ਨਾਲ ਬਲਦਾ ਹੈ। ਠੀਕ ਹੈ ਜੀ, ਇਹ ਸਹੀ ਹੈ। ਉਸ ਤੋਂ ਬਾਅਦ ਚਾਰਕੋਲ ਸਖਤ, ਮਿੱਟੀ ਦੇ ਤੇਲ ਤੇ ਮੋਮ ਨਰਮ ਹੁੰਦੇ ਹਨ, ਇਹ ਵੀ ਸਹੀ ਹੈ। ਸੋ ED ਜਿਹੜਾ ਹੈ ਆਪਸ਼ਨ ਸਾਡੇ ਕੋਲ ਰਾਈਟ ਆਪਸ਼ਨ ਹੈ। ਜਨਮ ਦਿਨ ਮਨਾਉਂਦੇ ਸਮੇਂ ਰਾਘਵ ਨੇ ਨੋਟ ਕੀਤਾ ਕਿ ਲਾਟ ਹਮੇਸ਼ਾ ਉੱਪਰ ਵੱਲ ਨੂੰ ਹੀ ਉੱਠਦੀ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ
ਕਿ ਇਹ ਕਿਉਂ ਹੁੰਦਾ ਹੈ। ਸੋ ਪਿਆਰੇ ਬੱਚਿਓ, ਇਸ ਦਾ ਕਾਰਨ ਹੈ ਕਿ ਲਾਟ ਵਿੱਚ ਗਰਮ ਗੈਸਾਂ ਪੈਦਾ ਹੁੰਦੀਆਂ ਹਨ। ਠੀਕ ਹੈ, ਇਸ ਲਈ ਲਾਟ ਉੱਪਰ ਉੱਠਦੀ ਹੈ। ਸੋ ਲਾਟ ਵਿੱਚ ਹੁੰਦੀਆਂ ਹਨ ਗਰਮ ਗੈਸਾਂ, ਤੇ ਉੱਤਰ ਹੋਏਗਾ ਐੜਾ। ਅੱਗੇ ਪ੍ਰਸ਼ਨ ਹੈ, ਰਾਮ ਅਤੇ ਰਹੀਮ ਪਾਣੀ ਨੂੰ ਬੀਕਰ ਵਿੱਚ ਗਰਮ ਕਰਨ ਵਾਲਾ ਪ੍ਰਯੋਗ ਕਰ ਰਹੇ ਸਨ। ਰਾਮ ਨੇ ਬੀਕਰ ਨੂੰ ਮੋਮਬੱਤੀ ਦੀ ਲਾਟ ਦੇ ਪੀਲੇ ਭਾਗ ਵਿੱਚ ਅਤੇ ਰਹੀਮ ਨੇ ਸਭ ਤੋਂ ਬਾਹਰਲੇ ਭਾਗ ਵਿੱਚ ਗਰਮ ਕੀਤਾ। ਕਿਸ ਦਾ ਪਾਣੀ ਘੱਟ ਸਮੇਂ ਵਿੱਚ ਗਰਮ ਹੋਵੇਗਾ। ਸੋ ਪਿਆਰੇ ਬੱਚਿਓ, ਦੇਖੋ ਰਹੀਮ ਨੇ ਕੀਤਾ ਗਰਮ ਪਾਣੀ ਬਾਹਰਲੇ ਭਾਗ 'ਚ। ਬਾਹਰਲਾ ਭਾਗ ਸਭ ਤੋਂ ਗਰਮ ਭਾਗ ਹੁੰਦਾ ਹੈ, ਨੀਲਾ ਭਾਗ। ਠੀਕ ਹੈ ਜੀ। ਤੇ ਜਿਹੜਾ ਮੱਧ ਭਾਗ ਹੈਗਾ ਆ ਉਹ ਪੀਲਾ ਭਾਗ ਹੈ। ਠੀਕ ਹੈ ਜੀ। ਸੋ ਅਸੀਂ ਦੇਖਦੇ ਕਿ ਵੀ ਜਿਹੜਾ ਬਾਹਰਲਾ ਭਾਗ ਹੈ ਉਹਦੇ ਵਿੱਚ ਪਾਣੀ ਜਲਦੀ ਗਰਮ ਹੋ ਜਾਏਗਾ। ਸੋ ਰਾਮ ਦਾ ਪਾਣੀ ਘੱਟ ਸਮੇਂ ਵਿੱਚ ਗਰਮ ਹੋਵੇਗਾ, ਰਹੀਮ ਦਾ ਪਾਣੀ ਘੱਟ ਸਮੇਂ ਵਿੱਚ ਗਰਮ ਹੋਵੇਗਾ। ਊੜਾ ਤੇ ਐੜਾ ਦੋਵੇਂ। ਸੋ ਪਿਆਰੇ ਬੱਚਿਓ, ਜੋ ਇਸ ਦਾ ਉੱਤਰ ਹੋਏਗਾ ਉਹ ਹੋਏਗਾ, ਸੋ ਉੱਤਰ ਹੋਏਗਾ ਰਹੀਮ ਦਾ ਪਾਣੀ ਘੱਟ ਸਮੇਂ ਵਿੱਚ ਗਰਮ ਹੋਵੇਗਾ। ਠੀਕ ਹੈ ਜੀ। ਥੋੜਾ ਸਮਾਂ ਲੱਗੇਗਾ ਨਾ, ਕਿਉਂਕਿ ਉਹਦਾ ਜਿਹੜਾ ਤਾਪਮਾਨ ਜ਼ਿਆਦਾ ਆ ਬਾਹਰਲੇ ਭਾਗ ਦਾ, ਇਸ ਕਰਕੇ ਪਾਣੀ ਗਰਮ ਹੋਣ ਨੂੰ ਸਮਾਂ ਲੱਗੇਗਾ ਘੱਟ। ਠੀਕ ਹੈ। ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਅਮਨ ਨੇ ਲੱਕੜ ਨੂੰ ਅੱਗ ਲੱਗੀ ਦੇਖੀ ਤੇ ਪਾਣੀ ਨਾਲ ਬੁਝਾ ਦਿੱਤੀ। ਉਸਨੇ ਆਪਣੇ ਅਧਿਆਪਕ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਪਾਣੀ ਨੇ ਤਾਪ ਜ਼ਿਆਦਾ ਸੋਖ ਲਿਆ ਤੇ ਲੱਕੜ ਦਾ ਤਾਪਮਾਨ ਘੱਟ ਹੋਣ ਕਾਰਨ ਅੱਗ ਬੁਝ ਗਈ। ਪਾਣੀ ਨੇ ਆਕਸੀਜਨ ਦੀ ਹੋਂਦ ਖਤਮ ਕਰ ਦਿੱਤੀ ਜੋ ਬਾਲਣ ਵਿੱਚ ਸਹਾਇਤਾ ਕਰਦੀ ਸੀ। ਜਾਲਣ ਤਾਪਮਾਨ ਤੇ ਕੋਈ ਅਸਰ ਨਹੀਂ ਹੋਇਆ। ਸੋ ਸੱਸਾ ਹੈ ਸਾਡੇ ਕੋਲ ਊੜਾ ਅਤੇ ਐੜਾ। ਸੋ ਐੜੇ ਵਿੱਚ ਕੀ ਦੇਖੋ, ਤਾਂ ਪਾਣੀ ਨੇ ਆਕਸੀਜਨ ਦੀ ਹੋਂਦ ਖਤਮ ਕਰ ਦਿੱਤੀ ਤਾਂ ਜੋ ਬਲਣ ਵਿੱਚ ਸਹਾਇਤਾ ਕਰਦੀ ਹੈ। ਸੋ ਇਹੀ ਉੱਤਰ ਸਹੀ ਹੈ, ਐੜਾ ਸਹੀ ਹੈ। ਉਸ ਤੋਂ ਬਾਅਦ ਊੜਾ ਹੀ ਪੜ੍ਹ ਲੈਂਦੇ ਹਾਂ। ਪਾਣੀ ਨੇ ਤਾਪ ਜ਼ਿਆਦਾ ਸੋਖ ਲਿਆ ਤੇ ਲੱਕੜੀ ਦਾ ਤਾਪਮਾਨ ਘੱਟ ਹੋਣ ਕਾਰਨ ਅੱਗ ਬੁਝ ਗਈ। ਤਾਂ ਐੜਾ ਉੱਤਰ ਸਾਡੇ ਕੋਲ ਸੱਸਾ ਉੱਤਰ ਸਾਡੇ ਕੋਲ ਸਹੀ ਹੈ, ਊੜਾ ਤੇ ਐੜਾ। ਨੈਕਸਟ ਹੈ ਸਾਡੇ, ਅੰਕਿਤਾ ਨੇ ਦੇਖਿਆ ਕਿ ਮਿੱਟੀ ਦੇ ਤੇਲ ਨੂੰ ਥੋੜ੍ਹਾ ਜਿਹਾ ਗਰਮ ਕਰਨ ਤੇ ਇਹ ਅੱਗ ਫੜ ਲੈਂਦਾ ਹੈ, ਪਰ ਲੱਕੜ ਅੱਗ ਨਹੀਂ ਫੜਦੀ। ਇਹ ਤਾਂ ਹੁੰਦਾ ਹੈ ਕਿਉਂਕਿ ਮਿੱਟੀ ਦੇ ਤੇਲ ਦਾ ਪ੍ਰਜਲਨ ਤਾਪਮਾਨ ਲੱਕੜ ਨਾਲੋਂ ਘੱਟ ਹੁੰਦਾ ਹੈ। ਫਿਰ ਵਿੱਚ ਪ੍ਰਜਲਨ ਤਾਪਮਾਨ ਕੀ ਹੁੰਦਾ ਹੈ, ਉਹ ਘੱਟ ਤੋਂ ਘੱਟ ਤਾਪਮਾਨ ਜਿਸ ਉੱਪਰ ਕੋਈ ਜਲਣਸ਼ੀਲ ਪਦਾਰਥ ਜਲ ਉੱਠਦਾ ਹੈ ਉਸ ਨੂੰ ਉਸ ਪਦਾਰਥ ਦਾ ਜਲਣ ਜਾਂ ਪ੍ਰਜਲਨ ਤਾਪਮਾਨ ਕਹਿੰਦੇ ਹਨ। ਠੀਕ ਹੈ। ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਮਾਚਿਸ ਦੀ ਤਿੱਲੀ ਦੇ ਸਿਰੇ ਤੇ ਲੱਗਿਆ ਹੋਇਆ ਲਾਲ ਭੂਰੇ ਰੰਗ ਦਾ ਪਦਾਰਥ ਡੈਸ਼ ਤੋਂ ਬਣਿਆ ਹੁੰਦਾ ਹੈ। ਮਾਚਿਸ ਦੀ ਤਿੱਲੀ ਤੇ ਉੱਪਰ ਜਿਹੜਾ ਸਿਰੇ ਤੇ ਕੁਝ ਲੱਗਿਆ ਹੁੰਦਾ ਬੇਟਾ, ਉਹ ਕਾਹਦਾ ਬਣਿਆ ਹੁੰਦਾ ਆ। ਸੋ ਉਹ ਬਣਿਆ ਹੁੰਦਾ ਹੈ ਐਂਟੀਮਨੀ ਟ੍ਰਾਈਸਲਫੇਟ, ਐਂਟੀਮਨੀ ਟ੍ਰਾਈਸਲਫੇਟ ਅਤੇ ਪੋਟਾਸ਼ੀਅਮ ਕਲੋਰੇਟ ਦੋਨਾਂ ਦਾ ਹੀ। ਠੀਕ ਹੈ। ਇਸ ਲਈ ਆਪਾਂ ਇਹ ਦੋਨਾਂ ਨੂੰ ਆਪਾਂ ਟਿਕ ਲਗਾ ਸਕਦੇ ਹਾਂ, ਜਾਂ ਫਿਰ ਈਡੀ ਲਿਖਿਆ ਊੜਾ ਤੇ ਐੜਾ ਦੋਵੇਂ। ਯੈਸ, ਐਂਟੀਮਨੀ ਟ੍ਰਾਈਸਲਫੇਟ ਤੇ ਪੋਟਾਸ਼ੀਅਮ ਕਲੋਰੇਟ ਯਾਦ ਰੱਖਣਾ ਬੇਟਾ। ਅਗਲਾ ਪ੍ਰਸ਼ਨ ਹੈ, ਹਾਈਡਰੋਜਨ ਗੈਸ ਖਤਰਨਾਕ ਹੋਣ ਦੇ ਬਾਵਜੂਦ ਇਸ ਦੀ ਵਰਤੋਂ ਕਈ ਉਦਯੋਗਾਂ ਵਿੱਚ ਕੀਤੀ ਜਾਂਦੀ ਹੈ। ਹੇਠਾਂ ਵਿੱਚੋਂ ਕੋਈ ਇੱਕ ਉਪਯੋਗ ਦੱਸੋ। ਸੋ ਫਿਰ ਵਿੱਚੋਂ ਹਾਈਡਰੋਜਨ ਦਾ ਰਾਕਟ ਬਾਲਣ ਵਿੱਚ ਵਰਤੋਂ ਹੁੰਦੀ ਹੈ ਇਸ ਦੀ। ਠੀਕ ਹੈ ਜੀ। ਅਗਲਾ ਪ੍ਰਸ਼ਨ ਹੈ, ਗਰਮੀਆਂ ਵਿੱਚ ਅਸੀਂ ਗਰਮੀ ਜ਼ਿਆਦਾ ਮਹਿਸੂਸ ਕਰਦੇ ਹਾਂ ਜਿਸ ਦਾ ਕਾਰਨ ਵਿਸ਼ਵ ਦੇ ਤਾਪਮਾਨ ਵਿੱਚ ਵਾਧਾ ਹੈ। ਇਹ ਤਾਂ ਹੁੰਦਾ ਹੈ ਕਿਉਂਕਿ ਕਾਰਬਨ ਡਾਈਆਕਸਾਈਡ ਦੀ ਸੰਘਣਤਾ ਡੈਸ਼ ਜਾਂਦੀ ਹੈ, ਘਟ ਜਾਂਦੀ ਹੈ, ਵੱਧ ਜਾਂਦੀ ਹੈ, ਬਰਾਬਰ ਰਹਿੰਦੀ ਹੈ, ਇਹਨਾਂ ਵਿੱਚੋਂ ਕੋਈ ਨਹੀਂ। ਸੋ ਇਸ ਦਾ ਵਿੱਚੋਂ ਉੱਤਰ ਹੋਏਗਾ ਸੰਘਣਤਾ ਵੱਧਦੀ ਹੈ ਕਾਰਬਨ ਡਾਈਆਕਸਾਈਡ ਦੀ, ਤਾਂ ਹੀ ਗਰਮੀ ਤਾਪਮਾਨ ਜਿਹੜਾ ਹੈਗਾ ਉਹ ਵੀ ਵੱਧ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਜਦੋਂ ਮਾਚਿਸ ਦੀ ਤਿੱਲੀ ਨੂੰ ਰਗੜਨ ਵਾਲੇ ਪਾਸੇ ਤੇ ਰਗੜਿਆ ਜਾਂਦਾ ਹੈ ਤਾਂ ਲਾਲ ਫਾਸਫਰਸ ਚਿੱਟੇ ਫਾਸਫੋਰਸ ਵਿੱਚ ਬਦਲ ਜਾਂਦਾ ਹੈ। ਪੋਟਾਸ਼ੀਅਮ ਕਲੋਰੇਟ ਨਾਲ ਕਿਰਿਆ ਕਰਦਾ ਹੈ। ਐਂਟੀਮਨੀ ਟ੍ਰਾਈਸਲਫੇਟ ਨੂੰ ਜਲਾਉਂਦਾ ਹੈ। ਇਹਨਾਂ ਵਿੱਚੋਂ ਕੋਈ ਨਹੀਂ। ਸੋ ਫਿਰ ਵਿੱਚੋਂ ਉੱਤਰ ਹੋਏਗਾ ਚਿੱਟੇ ਫਾਸਫੋਰਸ ਵਿੱਚ ਬਦਲ ਜਾਂਦਾ ਹੈ। ਜਿਹੜਾ ਲਾਲ ਫਾਸਫੋਰਸ ਹੈ ਉਹ ਚਿੱਟੇ ਫਾਸਫੋਰਸ ਵਿੱਚ ਬਦਲਦਾ ਹੈ।
ਜਲਦੀ ਹੋਈ ਮੋਮਬੱਤੀ ਉੱਪਰ ਗਿਲਾਸ ਮੁੱਦਾ ਰੱਖਣ ਦੇ ਕੁਝ ਦੇਰ ਬਾਅਦ ਮੋਮਬੱਤੀ ਬੁਝ ਜਾਂਦੀ ਹੈ, ਜਿਸ ਦਾ ਕਾਰਨ ਡੈਸ਼ ਦੀ ਕਮੀ ਦਾ ਹੋਣਾ ਹੈ। ਸੋ ਫਿਰ ਵਿੱਚੋਂ ਜਦੋਂ ਅਸੀਂ ਗਲਾਸ ਮੁੱਦਾ ਮਾਰ ਦਿੱਤਾ ਤਾਂ ਉਸ ਦੇ ਅੰਦਰਲੀ ਜਿਹੜੀ ਆਕਸੀਜਨ ਸੀ, ਜਦ ਤੱਕ ਮੋਮਬੱਤੀ ਜਲੀ ਥੋੜ੍ਹੀ ਚੱਲੀ, ਉਹਨੇ ਉਹ ਸਾਰੀ ਆਕਸੀਜਨ ਦੀ ਵਰਤੋਂ ਕਰ ਲਈ। ਠੀਕ ਹੈ, ਉਸ ਤੋਂ ਬਾਅਦ ਆਕਸੀਜਨ ਮੁੱਕ ਗਈ। ਅਤੇ ਸਾਨੂੰ ਪਤਾ ਹੈ ਕਿ ਬਲਨ ਕਿਰਿਆ ਦੇ ਵਿੱਚ ਆਕਸੀਜਨ ਜਿਹੜੀ ਹੈ ਉਹ ਸਹਾਇਤਾ ਕਰਦੀ ਹੈ। ਆਕਸੀਜਨ ਇੱਕ ਬਹੁਤ ਜ਼ਰੂਰੀ ਕਾਰਕ ਹੈ। ਠੀਕ ਹੈ ਜੀ। ਸੋ ਇਸ ਕਰਕੇ ਆਪਾਂ ਆਪਸ਼ਨ ਨੰਬਰ ਜੋ ਆਪਸ਼ਨ ਊੜਾ ਹੈ ਉਹ ਸਾਡੇ ਕੋਲ ਰਾਈਟ ਆਪਸ਼ਨ ਹੈ। ਅਗਲਾ ਪ੍ਰਸ਼ਨ ਹੈ, ਸ਼ਾਮ ਤਾਂਬੇ ਦੇ ਬਰਤਨ ਨੂੰ ਬਾਹਰ ਵੱਲ ਤੋਂ ਕਾਲਾ ਹੋਇਆ ਦੇਖ ਬਹੁਤ ਹੀ ਹੈਰਾਨ ਹੋਇਆ ਜਦੋਂ ਉਹ ਆਲੂ ਦੀ ਸਬਜ਼ੀ ਬਣਾ ਰਿਹਾ ਸੀ, ਜਿਸ ਦਾ ਕਾਰਨ। ਹਾਂਜੀ, ਦੇਖੋ ਉਸਨੇ ਤਾਂਬੇ ਦਾ ਪਤੀਲਾ ਲਿਆ ਜਾਂ ਬਰਤਨ ਲਿਆ, ਉਹ ਕਾਲਾ ਦੇਖ ਕੇ ਉਸਨੂੰ ਬੜਾ ਹੈਰਾਨ ਹੋਇਆ ਕਿ ਸਬਜ਼ੀ ਬਣਾਉਂਦੇ ਬਣਾਉਂਦੇ ਕਾਲੀ ਕਾਹਦੇ ਹੋ ਗਿਆ। ਰੀਜ਼ਨ ਕੀ ਇਹਦਾ? ਸੋ ਇਸ ਦਾ ਰੀਜ਼ਨ ਇਹ ਹੈ ਕਿ ਬਾਲਣ ਦਾ ਪੂਰਨ ਰੂਪ ਵਿੱਚ ਅਤੇ ਸਹੀ ਨਾ ਜਲਣਾ। ਜਿਹੜਾ ਬਾਲਣ ਹੈ ਉਹ ਪੂਰਨ ਰੂਪ ਵਿੱਚ ਜਾਂ ਸਹੀ ਤਰੀਕੇ ਨਾਲ ਨਹੀਂ ਜਲਿਆ। ਘੱਟੋ ਘੱਟ ਤਾਪਮਾਨ ਜਿਸ 'ਤੇ ਕੋਈ ਪਦਾਰਥ ਬਣਨ ਲੱਗਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ? ਉਸ ਨੂੰ ਉਸਦਾ ਪ੍ਰਜਲਨ ਤਾਪਮਾਨ ਕਿਹਾ ਜਾਂਦਾ ਹੈ। ਪ੍ਰਸ਼ਨ ਅਗਲਾ 20ਵਾਂ ਪ੍ਰਸ਼ਨ ਹੈ, ਬਾਲਣ ਦੇ ਜਲਣ ਦੇ ਨਿਕਲੇ ਅਣਜਲੇ ਕਾਰਬਨ ਕਣ ਹੇਠਾਂ ਦਿੱਤੀ ਕਿਸ ਸਮੱਸਿਆ ਦਾ ਕਾਰਨ ਬਣਦੇ ਹਨ? ਸੋ ਪਿਆਰੇ ਬੱਚਿਓ, ਉਹ ਬਣਦੇ ਹਨ ਸਾਹ ਲੈਣ ਵਿੱਚ ਸਮੱਸਿਆ ਦਾ। ਰਮਨ ਆਪਣੀ ਮਾਂ ਨਾਲ ਸੁਨਿਆਰੇ ਕੋਲ ਕੰਨ ਦੀ ਵਾਲੀ ਠੀਕ ਕਰਵਾਉਣ ਗਈ। ਉਸਨੇ ਦੇਖਿਆ ਕਿ ਸੁਨਿਆਰਾ ਲਾੜ ਦਾ ਡੈਸ਼ ਹਿੱਸਾ ਸੋਨਾ ਪਿਘਲਾਉਣ ਲਈ ਵਰਤਦਾ ਹੈ। ਕਿਹੜਾ ਹਿੱਸਾ ਵਰਤਦਾ ਬੇਟਾ? ਉਹ ਵਰਤਦਾ ਹੈ ਸਭ ਤੋਂ ਬਾਹਰਲਾ ਹਿੱਸਾ, ਕਿਉਂਕਿ ਸਭ ਤੋਂ ਬਾਹਰਲਾ ਹਿੱਸਾ ਜਿਹੜਾ ਆ ਉਹਦੇ ਵਿੱਚ ਸਭ ਤੋਂ ਵੱਧ ਤਾਪਮਾਨ ਹੁੰਦਾ ਹੈ ਲਾੜ ਦੇ। ਠੀਕ ਹੈ। ਅਗਲਾ ਪ੍ਰਸ਼ਨ ਹੈ, ਇੱਕ ਕਿਰਿਆ ਦੇ ਦੌਰਾਨ ਅਧਿਆਪਕ ਦੁਆਰਾ ਮੈਗਨੀਸ਼ੀਅਮ ਰਿਬਨ ਨੂੰ ਬਰਨਰ ਦੀ ਲਾਟ ਵਿੱਚ ਹਵਾ ਦੀ ਹੋਂਦ ਵਿੱਚ ਜਲਾਉਣ ਤੇ ਤੁਸੀਂ ਕੀ ਬਣਦਾ ਦੇਖੋਗੇ? ਸੋ ਅਸੀਂ ਦੇਖਾਂਗੇ ਕਿ ਮੈਗਨੀਸ਼ੀਅਮ ਆਕਸਾਈਡ, ਤਾਪ ਅਤੇ ਪ੍ਰਕਾਸ਼। ਠੀਕ ਹੈ ਜੀ। ਜਦੋਂ ਮੈਗਨੀਸ਼ੀਅਮ ਰਿਬਨ ਨੂੰ ਜਲਾਇਆ ਜਾਂਦਾ ਹੈ ਤਾਂ ਮੈਗਨੀਸ਼ੀਅਮ ਆਕਸਾਈਡ ਬਣਦਾ ਹੈ ਅਤੇ ਤਾਪ ਤੇ ਪ੍ਰਕਾਸ਼ ਪੈਦਾ ਹੁੰਦਾ ਹੈ। ਅਗਲਾ ਪ੍ਰਸ਼ਨ, ਹੇਠਾਂ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਜਲਨਸ਼ੀਲ ਨਹੀਂ ਹੈ? ਸੋ ਫਿਰ ਵਿੱਚੋਂ ਕਪੂਰ ਜਲਨਸ਼ੀਲ ਹੈ, ਤੂੜੀ ਜਲਨਸ਼ੀਲ ਹੈ, ਅਲਕੋਹਲ ਵੀ ਜਲਨਸ਼ੀਲ ਹੈ। ਜਿਹੜਾ ਕੱਚ ਹੈ ਇਹ ਜਲਨਸ਼ੀਲ ਨਹੀਂ ਹੈ। ਅਧਿਆਇ 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ। ਆਂਚਲ ਅਤੇ ਸੁਮਨ ਆਪਣੇ ਅਧਿਆਪਕ ਨਾਲ ਹਰੀ ਕੇ ਪੱਤਨ ਵਿਖੇ ਘੁੰਮਣ ਗਏ ਅਤੇ ਉਹਨਾਂ ਨੇ ਉਸ ਸਥਾਨ ਵਿਖੇ ਸਫੇਦ ਰੰਗ ਦੇ ਬਗਲੇ ਵਰਗੇ ਪੰਛੀ ਵੇਖੇ, ਜਿਸ ਤੇ ਆਂਚਲ ਨੇ ਆਪਣੇ ਅਧਿਆਪਕ ਤੋਂ ਇਹਨਾਂ ਪੰਛੀਆਂ ਬਾਰੇ ਪੁੱਛਿਆ ਤਾਂ ਅਧਿਆਪਕ ਨੇ ਉਹਨਾਂ ਪੰਛੀਆਂ ਬਾਰੇ ਕੀ ਦੱਸਿਆ ਹੋਵੇਗਾ? ਸੋ ਇਸ ਦਾ ਪਹਿਲੇ ਵਿੱਚੋਂ ਉੱਤਰ ਇਹ ਹੋਵੇਗਾ। ਸੋ ਅਧਿਆਪਕ ਨੇ ਪੰਛੀਆਂ ਬਾਰੇ ਦੱਸਿਆ ਹੋਵੇਗਾ ਕਿ ਇਹ ਪ੍ਰਵਾਸੀ ਪੰਛੀ ਹਨ। ਕਿਹੜੇ ਪੰਛੀ ਹਨ? ਪ੍ਰਵਾਸੀ ਪੰਛੀ। ਪ੍ਰਸ਼ਨ 2 ਹੈ ਕਿ ਨਵੀਨ ਆਪਣੇ ਮਾਤਾ ਪਿਤਾ ਨਾਲ ਸਾਇੰਸ ਸਿਟੀ ਘੁੰਮਣ ਗਿਆ। ਉੱਥੇ ਉਸਨੇ ਬਾਗ ਦਾ ਢਾਂਚਾ ਵੇਖਿਆ। ਉਸਨੇ ਆਪਣੇ ਮਾਤਾ ਪਿਤਾ ਜੀ ਨੂੰ ਪੁੱਛਿਆ ਇਹ ਕਿਸ ਪ੍ਰਕਾਰ ਦੀ ਪ੍ਰਜਾਤੀ ਦਾ ਜੀਵ ਹੈ? ਉਸਦੇ ਪਿਤਾ ਜੀ ਨੇ ਦੱਸਿਆ ਕਿ ਸੰਕਟਕਾਲੀਨ ਪ੍ਰਜਾਤੀ, ਅਲੋਪ ਹੋ ਚੁੱਕੀ ਪ੍ਰਜਾਤੀ, ਸਥਾਨਕ ਪ੍ਰਜਾਤੀ, ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਫਿਰ ਵਿੱਚੋਂ ਇਸ ਦਾ ਉੱਤਰ ਹੋਏਗਾ ਸੰਕਟਕਾਲੀਨ ਪ੍ਰਜਾਤੀ। ਠੀਕ ਹੈ, ਮਤਲਬ ਕਿ ਇਹਨਾਂ ਦੀ ਪ੍ਰਜਾਤੀ ਜਿਹੜੀ ਹੈ ਇਸ ਸੰਕਟ ਵਿੱਚ ਹੈ, ਇਹ ਘਟ ਰਹੇ ਹਨ। ਅਗਲਾ ਪ੍ਰਸ਼ਨ ਹੈ, ਉਮੇਸ਼ ਪਿਛਲੇ ਹਫ਼ਤੇ ਧਰਮਸ਼ਾਲਾ ਵਿਖੇ ਘੁੰਮਣ ਗਿਆ। ਉੱਥੇ ਉਸਨੇ ਦੇਵਦਾਰ ਅਤੇ ਚੀਲ ਦੇ ਪੌਦੇ ਵੇਖੇ। ਉਸਨੇ ਉੱਥੇ ਕੁਝ ਇਸ ਤਰ੍ਹਾਂ ਦੇ ਜੀਵ ਜੰਤੂ ਵੀ ਵੇਖੇ ਜਿਹੜੇ ਕਿ ਉਸ ਖੇਤਰ ਵਿੱਚ ਵਿਖਾਈ ਦਿੰਦੇ ਹਨ। ਇਹਨਾਂ ਨੂੰ ਡੈਸ਼ ਪ੍ਰਜਾਤੀਆਂ ਕਿਹਾ ਜਾਂਦਾ ਹੈ। ਸੋ ਇਹਨਾਂ ਨੂੰ ਕਿਹਾ ਜਾਂਦਾ ਹੈ ਸਥਾਨਕ ਪ੍ਰਜਾਤੀਆਂ। ਉੱਥੇ ਦੀਆਂ ਹੀ ਪ੍ਰਜਾਤੀਆਂ, ਸਥਾਨਕ ਪ੍ਰਜਾਤੀਆਂ। ਠੀਕ ਹੈ। ਪ੍ਰਸ਼ਨ 4 ਹੈ, ਰਜਿੰਦਰ ਜੂਨ ਦੀਆਂ ਛੁੱਟੀਆਂ ਵਿੱਚ ਦਿੱਲੀ ਵਿਖੇ ਚਿੜੀਆ ਘਰ ਘੁੰਮਣ ਗਿਆ ਅਤੇ ਉਸਨੇ ਉੱਥੇ ਰਾਸ਼ਟਰੀ ਜੰਤੂ ਬਾਗ ਵੇਖਿਆ। ਉਸਦੇ ਅਧਿਆਪਕ ਨੇ ਦੱਸਿਆ ਕਿ ਇਹ ਪ੍ਰਜਾਤੀ ਖਾਤਮੇ ਦੀ ਕਗਾਰ ਤੇ ਹੈ। ਇਸ ਤੇ ਰਜਿੰਦਰ ਨੇ ਅਧਿਆਪਕ ਨੂੰ ਇਸ ਦੇ ਰਿਕਾਰਡ ਰੱਖਣ ਬਾਰੇ ਪੁੱਛਿਆ। ਅਧਿਆਪਕ ਨੇ ਕੀ ਉੱਤਰ ਦਿੱਤਾ ਹੋਵੇਗਾ? ਸੋ ਅਧਿਆਪਕ ਨੇ ਉੱਤਰ ਦਿੱਤਾ ਹੋਵੇਗਾ ਰੈੱਡ ਡਾਟਾ ਬੁੱਕ। ਇਸ ਦਾ ਰਿਕਾਰਡ ਕਿੱਥੇ ਹੋਵੇਗਾ? ਰੈੱਡ ਡਾਟਾ ਬੁੱਕ ਵਿੱਚ ਹੋਵੇਗਾ।
ਅਗਲਾ ਪ੍ਰਸ਼ਨ ਹੈ, ਸੁਖਵਿੰਦਰ ਨੇ ਸਤਪੁੜਾ ਨੈਸ਼ਨਲ ਪਾਰਕ ਘੁੰਮਦੇ ਹੋਏ ਇੱਕ ਬੋਰਡ ਵੇਖਿਆ ਜਿਸ ਉੱਪਰ ਸਤਪੁੜਾ ਟਾਈਗਰ ਰਿਜ਼ਰਵ ਲਿਖਿਆ ਹੋਇਆ ਸੀ। ਉਸਨੇ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਅਧਿਆਪਕ ਤੋਂ ਪੁੱਛਿਆ। ਅਧਿਆਪਕ ਵੱਲੋਂ ਉਸ ਨੂੰ ਇਸ ਸੰਬੰਧ ਵਿੱਚ ਕੀ ਦੱਸਿਆ ਗਿਆ ਹੋਵੇਗਾ? ਸੋ ਇਸ ਸੰਬੰਧ ਵਿੱਚ ਉਸ ਨੂੰ ਦੱਸਿਆ ਗਿਆ ਹੋਵੇਗਾ ਬਾਗਾਂ ਦੀ ਹੋਂਦ ਬਚਾਉਣ ਲਈ। ਠੀਕ ਹੈ ਜੀ, ਸਤਪੁੜਾ ਨੈਸ਼ਨਲ ਪਾਰਕ ਹੈ ਉਹ ਕਾਹਦੇ ਲਈ? ਬਾਗਾਂ ਦੇ ਇਹਨਾਂ ਦੀ ਹੋਂਦ ਨੂੰ ਬਚਾਉਣ ਵਾਸਤੇ। ਅੱਗੇ ਹੈ, ਨੀਰਜ ਅਤੇ ਭਾਰਤ ਨੂੰ ਪੰਚਮੜੀ ਜੀਵ ਮੰਡਲ ਰਿਜ਼ਰਵ ਵੇਖਣ ਕਿਸ ਰਾਜ ਵਿੱਚ ਜਾਣਾ ਪਵੇਗਾ? ਸੋ ਫਿਰ ਬੱਚਿਓ, ਪੰਚਮੜੀ ਜੀਵ ਮੰਡਲ ਇਹ ਹੈ ਮੱਧ ਪ੍ਰਦੇਸ਼ ਦੇ ਵਿੱਚ। ਠੀਕ ਹੈ, ਜਿਸ ਦੀ ਰਾਜਧਾਨੀ ਭੋਪਾਲ ਹੈ, ਭੋਪਾਲ। ਅਮਨ ਆਪਣੇ ਘਰ ਤੋਂ ਮਾਮਾ ਜੀ ਦੇ ਘਰ ਜੰਗਲ ਦੇ ਰਸਤੇ ਜਾ ਰਿਹਾ ਸੀ। ਉਸਨੇ ਵੇਖਿਆ ਕਿ ਕੁਝ ਲੋਕ ਰੁੱਖਾਂ ਦੀ ਕਟਾਈ ਕਰ ਰਹੇ ਸੀ। ਉਸਨੇ ਉਹਨਾਂ ਰੁੱਖਾਂ ਨੂੰ ਨਾ ਕੱਟਣ ਦੀ ਸਲਾਹ ਦਿੱਤੀ ਤਾਂ ਜੋ ਭੂ-ਖੋਰ ਨੂੰ ਬਚਾਇਆ ਜਾ ਸਕੇ, ਜੀਵਾਂ ਦੇ ਨਿਵਾਸ ਸਥਾਨ ਬਚਾਏ ਜਾ ਸਕਣ, ਆਕਸੀਜਨ ਦੇ ਸੰਤੁਲਨ ਲਈ। ਉਪਰੋਕਤ ਸਾਰੇ ਤੋਂ ਫਿਰ ਵਿੱਚੋਂ ਸਾਰਿਆਂ ਲਈ ਇੰਪੋਰਟੈਂਟ ਹੈ। ਠੀਕ ਹੈ, ਅਗਲਾ ਪ੍ਰਸ਼ਨ ਹੈ, ਜੰਗਲੀ ਜੀਵਨ ਰੱਖ ਉਹ ਸਥਾਨ ਹੈ ਜਿੱਥੇ ਜੰਗਲੀ ਜਾਨਵਰਾਂ ਦੀ ਰੱਖਿਆ ਕੀਤੀ ਜਾਂਦੀ ਹੈ। ਪ੍ਰਸ਼ਨ 9 ਹੈ ਕਿ ਪ੍ਰਵਾਸੀ ਪੰਛੀ ਕਾਰਨ ਲੰਬੀਆਂ ਦੂਰੀਆਂ ਤੈਅ ਕਰਦੇ ਹਨ। ਸੋ ਪ੍ਰਵਾਸੀ ਪੰਛੀ ਜਲਵਾਯੂ ਪਰਿਵਰਤਨ ਦੇ ਕਾਰਨ ਲੰਬੀਆਂ ਦੂਰੀਆਂ ਤੈਅ ਕਰਦੇ ਹਨ। ਜਗਜੀਤ ਆਪਣੇ ਪਿਤਾ ਜੀ ਨਾਲ ਹੁਸ਼ਿਆਰਪੁਰ ਵਿਖੇ ਜਾ ਰਿਹਾ ਸੀ। ਰਸਤੇ ਵਿੱਚ ਉਸਨੇ ਇੱਕ ਜੰਗਲ ਅਤੇ ਜੰਗਲੀ ਜੀਵਨ ਬਚਾਉਣ ਦਾ ਬੋਰਡ ਪੜ੍ਹਿਆ। ਉਸਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਕਿ ਸਾਨੂੰ ਇਸ ਦੀ ਸੁਰੱਖਿਆ ਕਿਉਂ ਕਰਨੀ ਚਾਹੀਦੀ ਹੈ? ਸੋ ਇਸ ਦਾ ਉੱਤਰ ਕੀ ਹੋਵੇਗਾ ਬੱਚਿਓ? ਇਸ ਦਾ ਉੱਤਰ ਹੋਵੇਗਾ, ਇਸ ਨਾਲ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਵਿੱਚ ਵਾਧਾ ਨਹੀਂ ਹੁੰਦਾ। ਜਦੋਂ ਅਸੀਂ ਜੰਗਲਾਂ ਦੀ ਸਾਂਭ ਸੰਭਾਲ ਕਰਾਂਗੇ ਤਾਂ ਕਾਰਬਨ ਡਾਈਆਕਸਾਈਡ ਦੀ ਜਿਹੜੀ ਹੈਗੀ ਹੈ ਇਹਦੀ ਮਾਤਰਾ ਨਹੀਂ ਵਧੇਗੀ ਵਾਯੂਮੰਡਲ ਵਿੱਚ। ਸੋ ਉੱਤਰ ਈਡੀ ਜਿਹੜਾ ਸਹੀ ਹੈ। ਜਿਹੜਾ ਇਹ 'ਚ ਇੱਕ ਸੈਕਿੰਡ ਆਪਾਂ ਦੁਬਾਰਾ ਰਿਪੀਟ ਕਰ ਲਈਏ। ਇਸ ਨਾਲ ਪ੍ਰਿਥਵੀ ਦੇ ਤਾਪਮਾਨ ਵਿੱਚ ਵਾਧਾ ਨਹੀਂ ਹੁੰਦਾ, ਇਸ ਨਾਲ ਕੁਦਰਤੀ ਸੰਤੁਲਨ ਨਹੀਂ ਵਿਗੜਦਾ, ਇਸ ਨਾਲ ਵਾਯੂਮੰਡਲ ਵਿੱਚ ਕਾਰਬਨ ਸਾਰੇ ਹੀ ਬੇਟੇ ਓਕੇ, ਆਲ ਆਰ ਓਕੇ। ਸੋ ਉਪਰੋਕਤ ਸਾਰੇ ਲਿਖਾਂਗੇ ਆਪਾਂ ਇਹਨੂੰ। ਠੀਕ ਹੈ ਜੀ, ਅਗਲਾ ਪ੍ਰਸ਼ਨ ਹੈ, ਜੈਵ ਵਿਭਿੰਨਤਾ ਤੋਂ ਕੀ ਭਾਵ ਹੈ? ਸੋ ਜੈਵ ਵਿਭਿੰਨਤਾ ਤੋਂ ਭਾਵ ਹੈ ਜਿੱਥੇ ਕਈ ਤਰ੍ਹਾਂ ਦੇ ਪੌਦੇ, ਈਡੀ ਦੇਖੋ ਜੀ, ਜਿੱਥੇ ਕਈ ਤਰ੍ਹਾਂ ਦੇ ਪੌਦੇ ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਦਾ ਆਪਸ ਵਿੱਚ ਅਤੇ ਵਾਤਾਵਰਣ ਨਾਲ ਸੰਬੰਧ ਹੋਵੇ। 12ਵਾਂ ਪ੍ਰਸ਼ਨ ਇਹ ਹੈ ਕਿ ਸਵੇਰ ਦੀ ਸਭਾ ਵਿੱਚ ਵਿਗਿਆਨ ਵਿਸ਼ੇ ਦੇ ਅਧਿਆਪਕ ਨੇ ਕਾਗਜ਼ ਦੇ ਪੁਨਰ ਚੱਕਰ ਦੀ ਮਹੱਤਤਾ ਬਾਰੇ ਦੱਸਿਆ। ਦੱਸੋ ਕਿ ਪੁਨਰ ਚੱਕਰ ਦੇ ਕੀ ਲਾਭ ਹਨ? ਸੋ ਫਿਰ ਵਿੱਚੋਂ ਪੁਨਰ ਚੱਕਰ ਦੇ ਲਾਭ, ਇਸ ਨਾਲ ਜੰਗਲਾਂ ਦੀ ਕਟਾਈ ਘੱਟ ਕੀਤੀ ਜਾ ਸਕਦੀ ਹੈ, ਬਿਲਕੁਲ ਸਹੀ ਹੈ ਇਹ। ਇਸ ਨਾਲ ਪਾਣੀ ਅਤੇ ਊਰਜਾ ਦੀ ਬਚਤ ਕੀਤੀ ਜਾ ਸਕਦੀ ਹੈ, ਬਿਲਕੁਲ ਸਹੀ। ਇਸ ਨਾਲ ਵਰਤੇ ਗਏ ਕਾਗਜ਼ ਨੂੰ ਦੁਬਾਰਾ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ। ਸੋ ਇਹ ਬਿਲਕੁਲ ਸਹੀ ਉੱਤਰ ਹੈ। ਸੋ ਉਪਰੋਕਤ ਸਾਰੇ। ਜੰਗਲਾਂ ਦੀ ਕਟਾਈ ਦੇ ਸੰਬੰਧ ਵਿੱਚ ਕਿਹੜਾ ਕਥਨ ਸਹੀ ਹੈ? ਇਸ ਨਾਲ ਭੂਮੀ ਦੇ ਗੁਣਾਂ ਵਿੱਚ ਪਰਿਵਰਤਨ ਆ ਜਾਂਦਾ ਹੈ। ਇਸ ਨਾਲ ਜਾਨਵਰਾਂ ਨੂੰ ਘੁੰਮਣ ਲਈ ਖੁੱਲ੍ਹੀ ਜਗ੍ਹਾ ਮਿਲ ਜਾਂਦੀ ਹੈ। ਇਸ ਨਾਲ ਅਸੀਂ ਜੰਗਲੀ ਜਾਨਵਰਾਂ ਨੂੰ ਘੁੰਮਦੇ ਹੋਏ ਆਰਾਮ ਨਾਲ ਦੇਖ ਸਕਦੇ ਹਾਂ। ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਇਸ ਦਾ ਉੱਤਰ ਹੋਏਗਾ ਊੜਾ। ਇਸ ਨਾਲ ਭੂਮੀ ਦੇ ਗੁਣਾਂ ਵਿੱਚ ਪਰਿਵਰਤਨ ਆ ਜਾਂਦਾ ਹੈ। ਪ੍ਰਸ਼ਨ 14, ਚਿੜੀਆਘਰ ਅਤੇ ਜੰਗਲੀ ਜੀਵਨ ਰੱਖਾਂ ਵਿੱਚ ਕੀ ਅੰਤਰ ਹੈ? ਸੋ ਪਿਆਰੇ ਬੱਚਿਓ, ਜਿਹੜੀਆਂ ਰੱਖਾਂ ਹਨ ਤੇ ਚਿੜੀਆਘਰ, ਇਹਨਾਂ ਵਿੱਚ ਅੰਤਰ ਹੈ ਕਿ ਰੱਖਾਂ ਵਿੱਚ ਜੰਤੂਆਂ ਨੂੰ ਕੁਦਰਤੀ ਨਿਵਾਸ ਸਥਾਨ ਵਿੱਚ ਰੱਖਦੇ ਹਨ, ਜਦੋਂ ਕਿ ਚਿੜੀਆਘਰਾਂ ਵਿੱਚ ਬਣਾਉਟੀ ਨਿਵਾਸ ਸਥਾਨਾਂ ਵਿੱਚ ਰੱਖਿਆ ਜਾਂਦਾ ਹੈ। ਸੋ ਈਡੀ ਸਹੀ ਉੱਤਰ ਹੈ। ਪ੍ਰਸ਼ਨ ਹੈ ਕਿ ਸੰਕਟਕਾਲੀਨ ਜੰਗਲੀ ਜੀਵਾਂ ਦੀਆਂ 2 ਪ੍ਰਜਾਤੀਆਂ ਦੇ ਨਾਂ ਦੱਸੋ। ਜਿਹੜੇ ਸੰਕਟਕਾਲੀਨ ਨੇ ਉਹ ਹਨ
ਕਾਲੇ ਹਿਰਨ ਅਤੇ ਸਫੇਦ ਅੱਖਾਂ ਵਾਲੇ ਹਿਰਨ, ਸੁਨਹਿਰੀ ਬਿੱਲੀ ਅਤੇ ਗੁਲਾਬੀ ਸਿਰ ਵਾਲੀ ਬੱਤਖ, ਅਜਗਰ ਅਤੇ ਗੈਂਡਾ। ਤੇ ਉਪਰੋਕਤ ਸਾਰੇ ਹੀ ਹੈ। ਠੀਕ ਹੈ ਜੀ। ਕਾਲੇ ਹਿਰਨ ਤੇ ਸਫੇਦ ਅੱਖਾਂ ਵਾਲਾ ਹਿਰਨ, ਸੁਨਹਿਰੀ ਬਿੱਲੀ ਅਤੇ ਗੁਲਾਬੀ ਸਿਰ ਵਾਲੀ ਬੱਤਖ, ਇਹ ਸਾਰੇ ਸੰਕਟਕਾਲੀਨ ਨੇ ਬੇਟਾ, ਅਜਗਰ ਅਤੇ ਗੈਂਡਾ। ਪ੍ਰਸ਼ਨ 16 ਹੈ ਕਿ ਪ੍ਰਸਥਿਤਿਕ ਪ੍ਰਬੰਧ ਵਿੱਚ ਡੈਸ਼ ਆਉਂਦੇ ਹਨ। ਪ੍ਰਸਥਿਤਿਕ ਪ੍ਰਬੰਧ ਵਿੱਚ ਇਸ ਵਿੱਚ ਸਾਰੇ ਪੌਦੇ ਅਤੇ ਜੰਤੂ ਆਉਂਦੇ ਹਨ। ਠੀਕ ਆ। ਇਸ ਵਿੱਚ ਸਾਰੇ ਸੁਖਮ ਜੀਵ ਆਉਂਦੇ ਹਨ, ਇਹ ਵੀ ਠੀਕ ਹੈ। ਇਸ ਵਿੱਚ ਸਾਰੇ ਨਿਰਜੀਵ ਅੰਸ਼ ਜਿਵੇਂ ਜਲਵਾਯੂ, ਮਿੱਟੀ, ਭੂਮੀ, ਦਰਿਆ, ਡੈਲਟਾ ਆਉਂਦੇ ਹਨ। ਸੋ ਉਪਰੋਕਤ ਸਾਰੇ ਹੀ ਆਉਂਦੇ ਹਨ ਬੱਚਿਓ। ਇਹ ਸਜੀਵਾਂ ਦੀ ਪ੍ਰਜਾਤੀ ਤੋਂ ਕੀ ਭਾਵ ਹੈ? ਸਜੀਵਾਂ ਦੀ ਪ੍ਰਜਾਤੀ ਤੋਂ ਭਾਵ ਹੈ ਕਿ ਵਿਸ਼ੇਸ਼ ਖੇਤਰਾਂ ਵਿੱਚ ਪਾਏ ਜਾਣ ਵਾਲੇ ਪੇੜ ਪੌਦੇ ਅਤੇ ਵਿਸ਼ੇਸ਼ ਖੇਤਰਾਂ ਵਿੱਚ ਪਾਏ ਜਾਣ ਵਾਲੇ ਜੀਵ। ਸੋ ਈੜੀ ਹੋਏਗਾ ਊੜਾ ਤੇ ਐੜਾ ਦੋਵੇਂ, ਊੜਾ ਤੇ ਐੜਾ ਦੋਵੇਂ। ਪੰਚਮੜੀ ਜੀਵ ਮੰਡਲ ਰਿਜ਼ਰਵ ਵਿੱਚ ਖਾਸ ਤੌਰ ਤੇ ਪਾਏ ਜਾਣ ਵਾਲੇ 2 ਸਥਾਨਕ ਪੌਦਾ ਪ੍ਰਜਾਤੀ ਦੇ ਨਾਂ ਦੱਸੋ। ਸੋ ਪੌਦਾ ਪ੍ਰਜਾਤੀ ਜੋ ਕਿ ਪੰਚਮੜੀ ਜੀਵ ਮੰਡਲ ਵਿੱਚ ਪਾਏ ਜਾਂਦੇ ਹਨ ਉਹ ਹਨ ਸਾਲ, ਸਾਗਵਾਨ, ਅੰਬ ਅਤੇ ਜਾਮੁਨ, ਸਿਲਵਰ ਫਰਨ ਅਤੇ ਅਰਜੁਨ। ਸੋ ਉਪਰੋਕਤ ਸਾਰੇ ਹੀ ਇੱਥੇ ਉੱਤਰ ਆਏਗਾ। ਪ੍ਰਸ਼ਨ ਨੰਬਰ 19ਵਾਂ, ਸਤਪੁੜਾ ਨੈਸ਼ਨਲ ਪਾਰਕ ਵਿੱਚ ਖਾਤਮੇ ਦੀ ਕਗਾਰ ਤੇ ਪਹੁੰਚਣ ਵਾਲੇ ਪ੍ਰਜਾਤੀਆਂ ਦੇ ਨਾਂ ਦੱਸੋ। ਸੋ ਉਹ ਹਨ ਸ਼ੇਰ, ਹਾਥੀ, ਜੰਗਲੀ ਮੱਝਾਂ, ਬਾਰਾਂਸਿੰਗਾ ਆਦਿ। ਜੰਤੂਆਂ ਦੇ ਪ੍ਰਵਾਸ ਤੋਂ ਕੀ ਭਾਵ ਹੈ? ਤੋ ਜੰਤੂਆਂ ਦੇ ਪ੍ਰਵਾਸ ਤੋਂ ਭਾਵ ਹੈ ਕਿ ਜਦੋਂ ਜਲਵਾਯੂ ਦੇ ਬਦਲਣ ਕਾਰਨ ਕੁਝ ਪੰਛੀ ਹਰ ਸਾਲ ਇੱਕ ਨਿਸ਼ਚਿਤ ਸਮੇਂ ਦੌਰਾਨ ਦੂਰ ਦੁਰਾਡੇ ਖੇਤਰਾਂ ਵਿੱਚ ਚਲੇ ਜਾਣ, ਉਸ ਨੂੰ ਕਹਿੰਦੇ ਜੰਤੂਆਂ ਦੇ ਪ੍ਰਵਾਸ। ਓਕੇ। ਅਗਲਾ ਪ੍ਰਸ਼ਨ, ਮਿੱਟੀ ਦੇ ਮਾਰੂਥਲੀਕਰਨ ਨੂੰ ਤੋਂ ਕੀ ਭਾਵ ਹੈ? ਮਿੱਟੀ ਦੇ ਮਾਰੂਥਲੀਕਰਨ ਤੋਂ ਕੀ ਭਾਵ ਹੈ? ਸੋ ਇਸ ਦਾ ਉੱਤਰ ਹੈ ਮਿੱਟੀ ਵਿੱਚ ਮੱਲੜ ਦੀ ਕਮੀ ਕਾਰਨ ਉਪਜਾਊ ਸ਼ਕਤੀ ਦਾ ਘਟਣਾ। ਉਪਜਾਊ ਸ਼ਕਤੀ ਦਾ ਘਟਣਾ। ਪ੍ਰਸ਼ਨ 22 ਹੈ ਸਾਡੇ ਕੋਲ, ਖਤਰੇ ਦੀ ਕਗਾਰ ਤੇ ਪਹੁੰਚ ਚੁੱਕੀਆਂ ਪ੍ਰਜਾਤੀਆਂ ਦਾ ਰਿਕਾਰਡ ਕਿਸ ਕਿਤਾਬ ਵਿੱਚ ਰੱਖਿਆ ਗਿਆ ਹੈ? ਖਤਰੇ ਦੀ ਕਗਾਰ ਤੇ ਪਹੁੰਚ ਚੁੱਕੀਆਂ ਪ੍ਰਜਾਤੀਆਂ ਦਾ ਰਿਕਾਰਡ ਕਿਸ ਕਿਤਾਬ ਵਿੱਚ ਰੱਖਿਆ ਜਾਂਦਾ ਹੈ? ਰੈੱਡ ਡਾਟਾ ਬੁੱਕ ਵਿੱਚ ਰੱਖਿਆ ਜਾਂਦਾ ਹੈ। ਜੰਗਲੀ ਜੀਵਨ ਰੱਖਾਂ ਅਤੇ ਰਾਸ਼ਟਰੀ ਪਾਰਕ ਬਚਾਉਣ ਦੇ ਕੀ ਉਦੇਸ਼ ਹਨ? ਫਿਰ ਵਿੱਚੋਂ ਇਸ ਦਾ ਉੱਤਰ ਹੈ ਕਿ ਇਹ ਜੰਗਲੀ ਜੀਵਾਂ ਨੂੰ ਸੁਰੱਖਿਆ ਅਤੇ ਜਿਉਂਦੇ ਰਹਿਣ ਲਈ ਢੁਕਵੇਂ ਹਾਲਾਤ ਪ੍ਰਦਾਨ ਕਰਦੇ ਹਨ। ਠੀਕ ਹੈ ਜੀ। ਇੱਥੇ ਜਾਨਵਰਾਂ ਨੂੰ ਮਾਰਨ ਅਤੇ ਇਹਨਾਂ ਦਾ ਸ਼ਿਕਾਰ ਕਰਨ ਦੀ ਪੂਰਨ ਮਨਾਹੀ ਹੈ। ਇਹ ਵੀ ਗੱਲ ਸਹੀ ਹੈ ਜੀ। ਇੱਥੇ ਸੰਕਟਕਾਲੀਨ ਜੰਗਲੀ ਜੀਵਾਂ ਨੂੰ ਸਾਂਭ ਕੇ ਸੁਰੱਖਿਅਤ ਰੱਖਿਆ ਜਾਂਦਾ ਹੈ। ਬਿਲਕੁਲ ਸਹੀ ਗੱਲ ਹੈ। ਸੋ ਇਸ ਦਾ ਮਤਲਬ ਉਪਰੋਕਤ ਸਾਰੇ ਹੋਣਗੇ ਇਹ। ਪ੍ਰਸ਼ਨ 24 ਹੈ, ਸੋਕੇ ਤੋਂ ਕੀ ਭਾਵ ਹੈ? ਸੋਕੇ ਤੋਂ ਭਾਵ ਆਪਸ਼ਨ ਦਿੱਤੀਆਂ ਹਨ, ਬਹੁਤ ਜ਼ਿਆਦਾ ਵਰਖਾ ਦਾ ਹੋਣਾ, ਗਲਤ ਹੈ ਇਹ। ਪੌਦਿਆਂ ਦੀ ਕਟਾਈ ਕਾਰਨ ਵਰਖਾ ਦੀ ਦਰ ਵਿੱਚ ਕਮੀ ਆਉਣਾ, ਇਹ ਹੋ ਸਕਦਾ ਹੈ। ਪ੍ਰਿਥਵੀ ਦੇ ਤਾਪਮਾਨ ਵਿੱਚ ਵਾਧੇ ਕਾਰਨ ਜਲ ਚੱਕਰ ਦਾ ਸੰਤੁਲਨ ਵਿਗੜਨਾ, ਇਹ ਵੀ ਹੋ ਸਕਦਾ ਹੈ। ਸੋ ਸਾਡੇ ਕੋਲ ਸੱਸਾ ਹੈ ਦੋਵੇਂ, ਐੜਾ ਅਤੇ ਈੜੀ। ਤੋਂ ਸਹੀ ਉੱਤਰ ਹੋਏਗਾ ਸੱਸਾ ਹੀ। 25ਵਾਂ ਪ੍ਰਸ਼ਨ ਹੈ, ਪ੍ਰਵਾਸੀ ਪੰਛੀਆਂ ਦੀ ਕੋਈ 2 ਉਦਾਹਰਨਾਂ ਦਿਓ। ਸੋ ਪ੍ਰਵਾਸੀ ਪੰਛੀਆਂ ਦੀ ਉਦਾਹਰਨਾਂ ਹਨ ਸਾਡੇ ਕੋਲ, ਉਹ ਹੈ ਗ੍ਰੇਟਰ ਫਲੈਮਿੰਗੋ ਅਤੇ ਸਾਈਬੇਰੀਅਨ ਕ੍ਰੇਨ। ਗ੍ਰੇਟਰ ਫਲੈਮਿੰਗੋ ਅਤੇ ਸਾਈਬੇਰੀਅਨ ਕ੍ਰੇਨ। ਸੋ ਮੇਰੇ ਬੱਚਿਓ ਇਸ ਪ੍ਰਸ਼ਨ ਦੇ ਨਾਲ ਹੀ ਇਹਨਾਂ ਦੋਨਾਂ ਅਧਿਆਵਾਂ ਦੇ ਸਾਡੇ ਜੋ MCQs ਨੇ ਉਹ ਕੰਪਲੀਟ ਹੁੰਦੇ ਹਨ। ਫਿਰ ਮਿਲਾਂਗੇ ਇੱਕ ਹੋਰ ਵੀਡੀਓ ਨਾਲ, ਹੋਰ MCQs ਦੇ ਨਾਲ। Till then, I wish you all the very best and happy learning. Thank you very much for viewing and listening this video. Thank you.